तेल कीमतां तो ही मोदी साहब की सरकार ने 27 ਲੱਖ ਕਰੋੜ ਰੁਪਇਆ ਕਮਾਇਆ ਪਿਛਲੇ 7 ਸਾਲ। ਪਹਿਲਾਂ ਕਾਂਗਰਸ ਲੁੱਟਦੀ ਰਹੀ ਤੇ ਤੁਸੀਂ ਉਹਨਾਂ ਨੂੰ ਦੁਗਣੀ ਸਪੀਡ ਤਾਂ ਲੁੱਟ ਰਹੇ ਹੋ, ਫਿਰ ਲੋਕਾਂ ਨੂੰ ਤਾਂ ਮੂਰਖ ਬਣਾਇਆ ਜਾ ਰਿਹਾ ਨਾ। ਫਿਰ ਕਿਉਂ ਕਹਿੰਦੇ ਸੀ ਮੋਦੀ ਜੀ ਅਸੀਂ ਤੇ 15-15 ਲੱਖ ਤੁਹਾਡੇ ਅਕਾਊਂਟ 'ਚ ਪਾ ਦੇਣੇ ਆ, ਮਹਿੰਗਾਈ ਖਤਮ ਹੋ ਜੂਗੀ, ਡੀਜ਼ਲ 30 ਰੁਪਏ ਮਿਲੂਗਾ। ਇਹ ਕੀ ਕਰ ਰਿਹਾ, ਜਦੋਂ ਕੋਈ ਇਲੈਕਸ਼ਨ ਆ ਜਾਂਦਾ ਕਿਸੇ ਸੂਬੇ 'ਚ ਉਦੋਂ ਥੋੜ੍ਹਾ ਜਿਹਾ ਘਟਾ ਦਿੰਦੇ ਆ ਸਿਰਫ ਵੋਟਾਂ ਲੈਣ ਲਈ। ਅਦਰਵਾਈਜ਼ ਜਿਸ ਸਪੀਡ ਨਾਲ ਮਹਿੰਗਾਈ ਵੱਧ ਰਹੀ ਆ, ਅੱਜ 2 ਜੂਨ ਦੀ ਰੋਟੀ 2 ਟਾਈਮ ਦੀ ਰੋਟੀ ਵੀ ਜਿਹੜੀ ਆਮ ਬੰਦੇ ਨੂੰ ਨਸੀਬ ਹੋਣਾ ਬੜਾ ਮੁਸ਼ਕਲ ਹੋ ਗਿਆ। ਨਹੀਂ, ਪੰਜਾਬ ਆਲਰੇਡੀ ਪਿਛਲੇ ਵੈਟ ਘਟਾ ਚੁੱਕਿਆ ਹੈ ਜਿੰਨੀ ਕੁ ਗੁੰਜਾਇਸ਼ ਸੂਬੇ ਕੋ ਹੁੰਦੀ ਹੈ। ਸੋ ਉਹ ਸਭ ਲਿਫਾਫੇਬਾਜ਼ੀ ਸੀ ਔਰ ਦੇਸ਼ ਦੇ ਗ੍ਰਹਿ ਮੰਤਰੀ ਵੀ ਕਹਿ ਚੁੱਕੇ ਆ ਵੀ ਉਹ ਸਭ ਜੁਮਲੇਬਾਜ਼ੀ ਸੀ। ਉਹ ਜੁਮਲੇਬਾਜ਼ੀ ਤੋਂ ਲੇਕਿਨ ਲੋਕ ਤੇ ਤਰਾਹੀ ਮਚ ਰਹੀ ਹੈ। ਜਿਸ ਤਰੀਕੇ ਨਾਲ ਰੋਜ਼ ਭਾਰਤ ਦੇਸ਼ ਵਿੱਚ ਮਹਿੰਗਾਈ ਵੱਧ ਰਹੀ ਹੈ, ਉਹਦੇ ਨਾਲ ਹੀ ਪੈਟਰੋਲ ਦੀ ਕੀਮਤਾਂ ਨੇ ਸੈਂਟਰ ਗੌਰਮੈਂਟ ਨੇ ਘਟਾਈਆਂ ਨੇ। ਉਸ ਤੋਂ ਬਾਅਦ ਕਈ ਰਾਜਾਂ ਨੇ ਵੀ ਕੀਮਤਾਂ ਘਟਾਈਆਂ ਗਈਆਂ ਨੇ ਪੈਟਰੋਲ ਦੀਆਂ। ਉਸ ਤੋਂ ਬਾਅਦ ਗੱਲ 'ਚ ਕਰਨ ਲੱਗੇ ਮਾਲਵਿੰਦਰ ਕੰਗਨਾ ਕਿ ਸਰਕਾਰ ਇਸ ਪੱਧਰ 'ਤੇ ਕੀ ਕਰਨ ਜਾ ਰਹੀ ਹੈ ਆਉਣ ਵਾਲੇ ਟਾਈਮ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੇ। ਗੱਲਬਾਤ ਕਰਦੇ ਹਾਂ, ਸਵਾਗਤ ਕਰਦੇ ਹਾਂ ਸਰ। ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ, ਸ਼ੁਕਰੀਆ ਸਰ। ਜਿਸ ਤਰੀਕੇ ਨਾਲ ਮਹਿੰਗਾਈ ਵੱਧ ਰਹੀ ਹੈ, ਸੈਂਟਰ ਗੌਰਮੈਂਟ ਨੇ ਵੀ ਪੈਟਰੋਲ ਦੇ ਪ੍ਰਾਈਸ ਘਟਾਏ ਨੇ, ਡੀਜ਼ਲ ਦੇ ਪ੍ਰਾਈਸ ਘਟਵਾਏ ਨੇ, ਸੈਂਟਰ ਦੇ ਘਟਾਏ ਨੇ। ਉਸ ਤੋਂ ਉਪਰੰਤ ਪੰਜਾਬ ਕੋਈ ਸੂਬੇ ਵੀ ਕਰ ਰਹੇ ਨੇ, ਪੰਜਾਬ ਕਿਵੇਂ ਕਰ ਰਹੇ ਇਸ ਤਰੀਕੇ ਨਾਲ? ਨਹੀਂ, ਦੇਖੋ ਜਿਸ ਦਿਨ ਤੋਂ ਮੋਦੀ ਸਾਹਿਬ ਆਏ ਆ ਦੇਸ਼ 'ਚ ਔਰ ਇਹਨਾਂ ਨੇ ਮਹਿੰਗਾਈ ਨੂੰ ਲੈ ਕੇ ਬਹੁਤ ਵੱਡੇ ਵਾਅਦੇ ਕੀਤੇ ਸੀ। ਨਾ ਤੇ ਮਹਿੰਗਾਈ ਰੁਕੀ, ਨਾ ਆਇਲ ਪ੍ਰਾਈਸਿਸ ਜਿਹੜੇ ਆ, ਤੇਲ ਦੀਆਂ ਕੀਮਤਾਂ ਦੇਖੋ ਨਾ, 2014-15 'ਚ ਸੀਗਾ ਕੋਈ 55-56 ਰੁਪਏ ਡੀਜ਼ਲ, ਅੱਜ 100 ਰੁਪਏ ਦੇ ਕਰੀਬ ਪਹੁੰਚ ਗਿਆ। 100 ਤੋਂ ਉੱਪਰ ਵੀ ਚਲੇ ਗਿਆ ਵਾਪ। ਪੈਟਰੋਲ ਵੀ 70 ਰੁਪਏ ਸੀ, ਅੱਜ 125 ਰੁਪਏ ਪਹੁੰਚ ਗਿਆ। ਔਰ ਜਿਹੜੀਆਂ ਸਾਡੀਆਂ ਡੇਲੀ 'ਚ ਰਸੋਈ ਦੀ, ਚਾਹੇ ਉਹ ਆਇਲ ਸੀਡਸ ਕਹਿ ਲਓ, ਸੋਇਆਬੀਨ, ਮਸਟਰਡ ਆਇਲ, ਜਿੰਨੇ ਵੀ ਤੇਲ ਹੈ ਖਾਣ ਵਾਲੇ, ਇਹ 90% ਤੋਂ ਉੱਪਰ ਚਲੇ ਗਏ। ਦਾਲਾਂ 50% ਤੋਂ ਉੱਪਰ ਚਲੇਗੀ ਕੀਮਤ ਤੋਂ। ਹਰੇਕ ਜਿਹੜਾ ਵਰਗ ਹੈ ਪਰੇਸ਼ਾਨ ਹੈ ਮਹਿੰਗਾਈ ਦੇ ਮਾਰੇ। ਮਹਿੰਗਾਈ ਦੀ ਦਰ ਵੀ ਇਤਿਹਾਸਿਕ ਤੌਰ 'ਤੇ ਵਧੀ ਆ, 15.8 ਹੋ ਗਈ। ਜਿਹੜੀ ਹੋਲਸੇਲ ਪ੍ਰਾਈਸ ਇੰਡੈਕਸ ਹੈ ਉਹ 'ਚ ਮਹਿੰਗਾਈ ਦਰ 15% ਤੋਂ ਉੱਪਰ ਰਿਕਾਰਡ ਤੋੜ ਹੈ। ਸੋ ਅੱਜ ਦੇਸ਼ ਦੇ ਲੋਕਾਂ ਨੂੰ ਰਿਲੀਫ ਦੇਣ ਦੀ ਗੱਲ ਕਰਨੀ ਚਾਹੀਦੀ ਹੈ। ਗੈਸ ਦੀਆਂ ਕੀਮਤਾਂ ਦੇਖ ਲਓ ਤੁਸੀਂ, 1200 ਰੁਪਏ ਦਾ ਸਿਲੰਡਰ ਹੋ ਗਿਆ। ਇਹ ਕੀ ਕਰ ਰਿਹਾ, ਜਦੋਂ ਕੋਈ ਇਲੈਕਸ਼ਨ ਆ ਜਾਂਦਾ ਕਿਸੇ ਸੂਬੇ 'ਚ ਉਦੋਂ ਥੋੜ੍ਹਾ ਜਿਹਾ ਘਟਾ ਦਿੰਦੇ ਆ ਸਿਰਫ ਵੋਟਾਂ ਲੈਣ ਲਈ। ਅਦਰਵਾਈਜ਼ ਜਿਸ ਸਪੀਡ ਨਾਲ ਮਹਿੰਗਾਈ ਵੱਧ ਰਹੀ ਆ, ਅੱਜ 2 ਜੂਨ ਦੀ ਰੋਟੀ 2 ਟਾਈਮ ਦੀ ਰੋਟੀ ਵੀ ਜਿਹੜੀ ਆਮ ਬੰਦੇ ਨੂੰ ਨਸੀਬ ਹੋਣਾ ਬੜਾ ਮੁਸ਼ਕਲ ਹੋ ਗਿਆ। ਤੇ ਗੱਲ ਕਰੀਏ ਕਿ ਬਾਕੀ ਸੂਬਿਆਂ ਨੇ ਕੁਝ ਪ੍ਰਾਈਸ ਘਟਾਏ ਨੇ, ਇਸ 'ਤੇ ਪੰਜਾਬ ਕੀ ਕਰ ਰਿਹਾ ਜੇ ਗੱਲ ਕਰੀਏ? ਨਹੀਂ, ਪੰਜਾਬ ਆਲਰੇਡੀ ਪਿਛਲੇ ਵੈਟ ਘਟਾ ਚੁੱਕਿਆ ਹੈ ਜਿੰਨੀ ਕੁ ਗੁੰਜਾਇਸ਼ ਸੂਬੇ ਕੋ ਹੁੰਦੀ ਹੈ। ਬਾਕੀ ਸੂਬਿਆਂ ਕੋ ਕੋਈ ਐਡੀਸ਼ਨਲ ਟੈਕਸ ਲਾਉਣ ਦਾ ਕੋਈ ਅਧਿਕਾਰ ਨਹੀਂ ਹੈ। ਸੂਬਿਆਂ ਨੂੰ ਇਕਨੋਮਿਕਲੀ ਅੱਜ ਵੈਸੇ ਪੰਜਾਬ ਨੂੰ ਤੇ ਆਉਣ ਲੋੜ ਹੈ ਸੈਂਟਰ ਵੱਲੋਂ ਕੋਈ ਪੈਕੇਜ ਮਿਲੇ। ਸੋ ਇਸ ਟਾਈਮ 'ਤੇ ਉਹਨਾਂ ਨੂੰ, ਔਰ ਮੋਟੀ ਇੱਕ ਸਟੱਡੀ ਹੈ, ਤੇਲ ਕੀਮਤਾਂ ਤੋਂ ਹੀ ਮੋਦੀ ਸਾਹਿਬ ਦੀ ਸਰਕਾਰ ਨੇ 27 ਲੱਖ ਕਰੋੜ ਰੁਪਇਆ ਕਮਾਇਆ ਪਿਛਲੇ 7 ਸਾਲ। ਤਾਂ ਰਿਲੀਫ ਉਹਨਾਂ ਨੂੰ ਦੇਣਾ ਚਾਹੀਦਾ ਸੀ। ਕਾਂਗਰਸ ਦੇ ਟਾਈਮ 'ਚ ਉਹਨਾਂ ਨੇ ਲੋਨ ਲਿਆ ਸੀ, ਜਾਂ ਲੋਨ ਬੈਂਕਾਂ ਤੋਂ ਬੌਂਡ ਸੀ ਜਿਹੜਾ, ਉਸ ਤੋਂ ਬਾਅਦ ਉਹਨੂੰ ਤਾਰਨ ਲਈ ਇਹ ਸਾਨੂੰ ਕੀਮਤਾਂ ਵਧਾਉਣੀਆਂ ਪੈ ਰਹੀਆਂ ਨੇ, ਇਹ ਸਭ ਕਹਿਣਾ ਸੀ। ਨਹੀਂ, ਇਹ ਕੋਈ ਐਕਸਕਿਊਜ਼ ਹੈ? ਪਹਿਲਾਂ ਕਾਂਗਰਸ ਲੁੱਟਦੀ ਰਹੀ ਤੇ ਤੁਸੀਂ ਉਹਨਾਂ ਨੂੰ ਦੁਗਣੀ ਸਪੀਡ ਤਾਂ ਲੁੱਟ ਰਹੇ ਹੋ, ਫਿਰ ਲੋਕਾਂ ਨੂੰ ਤਾਂ ਮੂਰਖ ਬਣਾਇਆ ਜਾ ਰਿਹਾ ਨਾ। ਫਿਰ ਕਿਉਂ ਕਹਿੰਦੇ ਸੀ ਮੋਦੀ ਜੀ ਅਸੀਂ ਤੇ 15-15 ਲੱਖ ਤੁਹਾਡੇ ਅਕਾਊਂਟ 'ਚ ਪਾ ਦੇਣੇ ਆ, ਮਹਿੰਗਾਈ ਖਤਮ ਹੋ ਜੂਗੀ, ਡੀਜ਼ਲ 30 ਰੁਪਏ ਮਿਲੂਗਾ, ਡਾਲਰ ਮਤਲਬ 50 ਰੁਪਏ 'ਤੇ ਆ ਜੂਗਾ। ਡਾਲਰ ਕਿੱਥੇ, ਡਾਲਰ ਦੀ ਕੀਮਤ 75 ਟੱਪ ਗਈ। ਸੋ ਉਹ ਸਭ ਲਿਫਾਫੇਬਾਜ਼ੀ ਸੀ ਔਰ ਦੇਸ਼ ਦੇ ਗ੍ਰਹਿ ਮੰਤਰੀ ਵੀ ਕਹਿ ਚੁੱਕੇ ਆ ਵੀ ਉਹ ਸਭ ਜੁਮਲੇਬਾਜ਼ੀ ਸੀ। ਉਹ ਜੁਮਲੇਬਾਜ਼ੀ ਤੋਂ ਲੇਕਿਨ ਲੋਕ ਤੇ ਤਰਾਹੀ ਮਚ ਰਹੀ ਹੈ। ਲੋਕ ਪਰੇਸ਼ਾਨ ਹੈ। ਆਮ ਸਧਾਰਨ ਜਿਹੜਾ ਸਾਡਾ ਮੁਲਕ ਦਾ ਵਸਿੰਦਾ ਆ, ਉਹਦੀ ਤੇ ਵਿਚਾਰੇ ਦੀ ਰੋਟੀ ਜਿਹੜੀ ਆ 2 ਟਾਈਮ ਦੀ ਖਾਣੀ ਮੁਸ਼ਕਲ ਹੋ ਰਹੀ ਹੈ। ਸੋ ਸੋਚਣਾ ਚਾਹੀਦਾ। ਦੇਖੋ ਨਾ, ਇੱਕ ਪਾਸੇ ਤੁਸੀਂ ਜਿਹੜੇ ਵੱਡੇ ਕਾਰੋਬਾਰੀ ਆ, ਕਾਰਪੋਰੇਟ ਘਰਾਣੇ ਆ 2-3 ਮੋਦੀ ਜੀ ਦੇ ਖਾਸ, ਉਹਨਾਂ ਦੇ ਤੇ ਕਰੋੜਾਂ ਰੁਪਏ ਦੇ ਲੋਨ ਉਹਨਾਂ ਨੂੰ ਸੈਂਕਸ਼ਨ ਵੀ ਹੋ ਰਿਹਾ ਤੇ ਮਾਫ ਵੀ ਹੋ ਰਿਹਾ। ਸਰ, ਇਹ ਗੱਲ ਕਰੀਏ ਕਿ ਜਿਸ ਤਰ੍ਹਾਂ ਹੁਣ ਪਿੱਛੇ ਕੀਮਤਾਂ ਘਟਾਈਆਂ ਗਈਆਂ ਨੇ, ਇਹ ਸਭ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਸਿਰਫ ਬੁਰਕੀ ਦੀ ਦੇਤੀ ਰੋਟੀ ਕੀ ਕੰਮ ਕੀਤਾ ਸਾਰਾ ਕੁਝ? ਕਿਹੜੀਆਂ ਜੇ ਪਿੱਛੇ ਕੀਮਤਾਂ ਘਟਾਈਆਂ ਨੇ 8-9 ਰੁਪਏ ਜਿਹੜੀ? ਨਹੀਂ, ਤੁਸੀਂ ਮਾਰਚ, ਹਜੇ ਆ ਮਈ ਚੱਲ ਰਿਹਾ, ਮਾਰਚ 'ਚ ਡੀਜ਼ਲ ਦੀਆਂ ਕੀਮਤਾਂ ਕੱਢ ਲਓ, 96 ਰੁਪਏ ਹੀ ਸੀਗਾ। ਪੰਜਾਬ 'ਚ 90 ਰੁਪਏ ਆ, 90 ਰੁਪਏ ਹੋਇਆ ਨਾ ਹੁਣ, ਤੇ ਮਾਰਚ 'ਚ ਹੀ ਰੇਟ ਸੀ। ਤੇ ਇਹ ਤੇ ਸਿਰਫ ਹੁਣ ਮੈਨੂੰ ਲੱਗਦਾ ਵੀ ਇਲੈਕਸ਼ਨ ਆ ਰਿਹਾ ਸ਼ਾਇਦ ਅਗਲੇ ਸੂਬਿਆਂ 'ਚ ਕਿਤੇ,
ਤੇ ਪ੍ਰਧਾਨ ਮੰਤਰੀ ਜੀ ਨੂੰ ਤਰਸ ਤਾਂ ਆਇਆ ਥੋੜ੍ਹੇ ਦਿਨ ਲਈ, ਲੇਕਿਨ ਤੁਸੀਂ ਦੇਖੋ ਜਿਉਂ-ਜਿਉਂ ਜਿਸ ਦਿਨ ਪੰਜਾਬ ਔਰ 5 ਸੂਬੇ ਜਿਹੜੇ ਇਲੈਕਸ਼ਨ ਹੋਏ ਆ, ਵੋਟਿੰਗ ਖਤਮ ਹੋਈ, ਉਸ ਤੋਂ ਅਗਲੇ ਦਿਨ ਤੋਂ ਹੀ ਰੇਟ ਵਧਣ ਲੱਗ ਗਏ ਸੀ। ਉਹੀ ਰੇਟ ਵਧੇ ਆ, ਉਸ ਤੋਂ ਵੀ ਘਟਾਇਆ ਨਹੀਂ। 2 ਮਹੀਨੇ ਪਹਿਲਾਂ ਤੁਸੀਂ 10 ਰੁਪਏ ਇਸ ਚੀਜ਼ ਦਾ ਵਧਾ ਕੇ ਹੁਣ 7 ਰੁਪਏ ਘਟਾ ਲਏ, 3 ਰੁਪਏ ਤਾਂ ਫਿਰ ਤੁਹਾਡੇ ਫਾਇਦੇ 'ਚ ਹੀ ਗਏ। ਸੋ ਆਮ ਲੋਕਾਂ ਨੂੰ ਇਹਦੇ ਨਾਲ ਕੋਈ ਰਿਲੀਫ ਨਹੀਂ ਹੈ। ਮੈਂ ਗੱਲਬਾਤ ਕੀਤੀ ਇਹ ਸੀ ਮਾਲਵਿੰਦਰ ਕੰਗ, ਜਿਨ੍ਹਾਂ ਦਾ ਕਹਿਣਾ ਸੀ ਕਿ ਜਿਸ ਤਰੀਕੇ ਨਾਲ ਸੈਂਟਰ ਗਵਰਨਮੈਂਟ ਨੇ ਮਹਿੰਗਾਈ ਦੀ ਦਰਾਂ ਨੂੰ ਜਾਂ ਸਿਲੰਡਰ ਦੇ ਪ੍ਰਾਈਸ ਨੂੰ ਘਟਾਇਆ ਹੈ, ਉਹ ਇੱਕ ਤਰੀਕੇ ਨਾਲ ਸਿਰਫ ਲੋਕਾਂ ਨੂੰ ਇੱਕ ਟੋਫੀ ਦੇਣ ਵਾਲਾ ਕੰਮ ਕੀਤਾ ਹੈ ਕਿ ਖਾਸ ਕੋਈ ਫਾਇਦਾ ਨਹੀਂ ਮਿਲਣਾ ਹੈਗਾ। ਹੁਣ ਦੇਖਣਾ ਹੋਇਆ ਕਿ ਅਲੱਗ-ਅਲੱਗ ਸੂਬੇ ਵੀ ਘਟਾ ਰਹੇ ਨੇ, ਆਉਣ ਵਾਲੇ ਸਮੇਂ ਵਿੱਚ ਸੈਂਟਰ ਗਵਰਨਮੈਂਟ ਹੋਰ ਰਿਲੀਫ ਦਿੰਦੀ ਹੈ ਨਹੀਂ ਦਿੰਦੀ, ਉਹ ਦੇਖਣ ਵਾਲੀ ਗੱਲ ਹੋਗੀ। ਕੈਮਰਾ ਪਰਸਨ ਸੁਖਦੇਵ ਦੇ ਨਾਲ ਔਨ ਏਅਰ ਧਰੂਪਦੀਪ ਸਿੰਘ, ਚੰਡੀਗੜ੍ਹ।